ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਸੋ ਬਹੁਤ ਇੱਕ ਡਿਮਾਂਡ ਸੀ ਕਿ PPSC ਨੇ ਜਿਹੜਾ 2017 ਦੇ ਵਿੱਚ PCS ਐਗਜ਼ੈਕਟਿਵ A2 ਤੇ ਰਜਿਸਟਰ C ਦਾ ਪੇਪਰ ਲਿਆ ਸੀ, ਉਸ ਪੇਪਰ ਦੇ ਲੈਵਲ ਬਾਰੇ ਵੀ ਦੱਸਿਆ ਜਾਵੇ ਕਿ ਉਹ ਪੇਪਰ ਕਿਸ ਤਰੀਕੇ ਦਾ ਸੀ। ਅਤੇ ਕਿਤੇ ਨਾ ਕਿਤੇ ਸਭ ਤੋਂ ਵੱਧ ਡਿਮਾਂਡ ਸੀ ਕਿ ਉਸ ਪੇਪਰ ਦੀ ਸਾਇੰਸ ਕਿਸ ਤਰੀਕੇ ਦੀ ਆਈ ਸੀ, ਉਹਨੂੰ ਸੋਲਵ ਕਰਕੇ ਦਿੱਤਾ ਜਾਵੇ। ਸੋ ਅਸੀਂ ਬਿਨਾਂ ਸਮਾਂ ਖਰਾਬ ਕਰੇ ਅਸੀਂ ਇੱਕ ਪੂਰੀ ਦੀ ਪੂਰੀ 2017 ਦੇ ਪੇਪਰ ਨੂੰ ਸੋਲਵ ਕਰਾ ਰਹੇ ਹਾਂ ਸਟੈਪ ਬਾਏ ਸਟੈਪ। ਇਹ ਪਹਿਲੀ ਵੀਡੀਓ ਜਿਹੜੀ ਆ ਇਹ ਸਿਰਫ ਸਾਇੰਸ ਦੇ ਸਵਾਲਾਂ ਨੂੰ ਸੋਲਵ ਕਰਨ ਦੇ ਨਾਲ ਸੰਬੰਧਿਤ ਹੋਊਗੀ, ਤਾਂ ਜੋ ਤੁਹਾਨੂੰ ਇਹ ਸਮਝ ਆ ਸਕੇ ਕਿ ਪੇਪਰ 'ਚ ਸਾਇੰਸ ਕਿਸ ਪੱਧਰ ਦੀ ਆਈ ਹੈ, ਅਤੇ ਜੇ ਅਸੀਂ ਪੜ੍ਹਨੀ ਆ ਤਾਂ ਸਾਇੰਸ ਕਿਸ ਲੈਵਲ ਦੀ ਪੜ੍ਹਨੀ ਚਾਹੀਦੀ ਹੈ ਅਤੇ ਕਿਵੇਂ ਪੜ੍ਹਨੀ ਚਾਹੀਦੀ ਹੈ। ਸੋ ਲੈਟ ਸਟਾਰਟ। ਰਜਿਸਟਰ ਦਾ ਪੇਪਰ ਦੇਣ ਵਾਲੇ ਜਿਵੇਂ ਜਾਣਦੇ ਹੀ ਆ ਕਿ ਸਾਰੇ ਸਬਜੈਕਟਾਂ 'ਚੋਂ ਆਲਮੋਸਟ 10-10 ਸਵਾਲ ਆਉਂਦੇ ਆ। ਸੋ ਅਸੀਂ ਸਭ ਤੋਂ ਪਹਿਲਾਂ ਇਹ ਰਜਿਸਟਰ ਦਾ ਓਰੀਜਨਲ ਪੇਪਰ ਜਿਹੜਾ 2018-17 'ਚ ਹੋਇਆ ਸੀ। ਲਓ ਜੀ, ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾ ਕੁਐਸਚਨ ਕਹਿੰਦੇ ਕਿ ਜਦੋਂ ਇੱਕ ਬੀਕਰ 'ਚ ਪਾਣੀ ਲਿਆ, ਠੀਕ ਆ, ਪਾਣੀ ਆ ਰਿਹਾ, ਪਾਣੀ ਇਸ ਪਾਣੀ ਦੇ ਉੱਪਰ ਬਰਫ਼ ਤੈਰ ਰਹੀ ਹੋਵੇ, ਕਿ ਇਸ ਪਾਣੀ ਦੇ ਉੱਪਰ ਬਰਫ਼ ਤੈਰ ਰਹੀ ਹੈ। ਕਹਿੰਦੇ ਜਿਵੇਂ ਜਿਵੇਂ ਇਹ ਬਰਫ਼ ਜਿਹੜੀ ਆ ਪਿਘਲਦੀ ਜਾਊਗੀ, ਯਾਨੀ ਕਿ ਮੈਲਟ ਹੁੰਦੀ ਜਾਊਗੀ, ਤਾਂ ਪਾਣੀ ਦਾ ਲੈਵਲ ਵਧੂਗਾ ਜਾਂ ਘਟੂਗਾ। ਦੇਖੋ, ਪਹਿਲੀ ਗੱਲ ਤਾਂ ਇਹ ਸੁਣ ਲਓ ਕਿ 2018 'ਚ ਇਹ ਸਾਰੇ ਸਵਾਲ ਜਿਹੜੇ ਸੀਗੇ ਨਾ, ਉਹਨਾਂ ਸਮਿਆਂ 'ਚ PCS ਦਾ ਜਾਂ PPSC ਦਾ ਰਿਵਾਜ ਹੁੰਦਾ ਸੀ ਚੱਕ ਕੇ ਇੱਧਰੋਂ ਉੱਧਰੋਂ ਕਾਪੀ ਪੇਸਟ ਕਰਕੇ ਸਵਾਲ ਪਾ ਦੇਣੇ। ਸਵਾਲ ਉਸ ਸਮੇਂ ਇਹ ਕਾਪੀ ਪੇਸਟ ਸੀਗੇ, ਪਰ ਲੈਵਲ ਉਦੋਂ ਵੀ ਇਹਨਾਂ ਦਾ ਬਹੁਤ ਵਧੀਆ ਸੀ। ਹੁਣ ਤਾਂ PPSC ਦੀ ਸਮੱਸਿਆ ਹੀ ਵੱਧ ਗਈ ਹੈ ਕਿ PPSC ਕਾਪੀ ਪੇਸਟ ਸਵਾਲ ਹੀ ਨਹੀਂ ਪਾਉਂਦੀ। ਜੇ ਤੁਹਾਡੇ 'ਚੋਂ ਕੋਈ 2016, 15 'ਚ, 14, 13 'ਚ PPSC ਪੜ੍ਹ ਕੇ ਲੱਗਿਆ ਹੋਇਆ ਹੈ ਅਤੇ ਉਹਨੂੰ ਇਹ ਭੁਲੇਖਾ ਹੈ ਕਿ PPSC ਦਾ ਪੇਪਰ ਦੇਣ ਲਈ ਅਸੀਂ ਪੁਰਾਣੇ ਰਿਪੀਟਡ ਸਵਾਲ ਕਰ ਜਾਈਏ, ਤਾਂ ਉਹ 2022 'ਚ ਹੋਏ PPSC ਦੇ ਕੋਆਪਰੇਟਿਵ ਪੇਪਰ, ਨੈਬ ਤਹਿਸੀਲਦਾਰ ਪੇਪਰ ਅਤੇ ਹੋਰ ਕਿਸੇ ਵੀ ਗਰੁੱਪ A ਅਤੇ B ਦੇ ਪੇਪਰ 'ਤੇ ਨਿਗਾਹ ਮਾਰ ਲਏ, PPSC ਰੈਪੀਟੀਸ਼ਨ 'ਤੇ ਕ੍ਰੋਸ ਮਾਰ ਚੁੱਕੀ ਹੈ। ਸੋ ਪਹਿਲਾ ਵਹਿਮ ਤੋਂ ਆਪਣਾ ਕੱਢ ਲਏ। ਜਿਹੜੇ ਕੌਨਸੈਪਟ ਮੈਂ ਹੁਣ ਦੱਸ ਰਿਹਾ ਨਾ, ਇਹ ਕੌਨਸੈਪਟ ਤੁਹਾਨੂੰ ਆਉਣੇ ਚਾਹੀਦੇ ਆ, ਨਾ ਕਿ ਇਹਨਾਂ ਨਾਲ ਸੰਬੰਧਿਤ ਸਿਰਫ ਸਵਾਲ ਰੱਟੇ ਮਾਰ ਕੇ ਚਲੇ ਜਾਓਗੇ। ਇਸ ਤਰੀਕੇ ਨਾਲ ਅੱਜ ਦੇ ਟਾਈਮ 'ਚ ਤੁਸੀਂ ਪੇਪਰ ਨੂੰ ਨਹੀਂ ਅਟੈਂਪਟ ਕਰ ਪਾਓਗੇ, ਠੀਕ ਆ। ਸੋ ਨੈਕਸਟ ਇਹ ਆ ਕਿ ਸਾਨੂੰ ਕਿਸੇ ਨੇ ਕਹਿਤਾ ਕਿ ਇੱਕ ਭਾਂਡੇ 'ਚ, ਜੇ ਤੁਹਾਡੇ 'ਚੋਂ ਕਿਸੇ ਨੇ 9ਵੀਂ ਕਲਾਸ ਅਤੇ 11ਵੀਂ ਕਲਾਸ ਦੀ ਸਾਇੰਸ ਪੜ੍ਹੀ ਹੋਈ ਆ ਨਾ, ਉਹ ਚੰਗੀ ਤਰ੍ਹਾਂ ਜਾਣਦੇ ਆ ਮੈਂ ਕਿਉਂ ਅਸੀਂ ਆਪਣੇ ਕੰਟੈਂਟ 'ਚ NCERT ਸਾਇੰਸ ਇਸੇ ਕਰਕੇ ਰੱਖੀ ਹੋਈ ਆ, ਕਿਉਂਕਿ ਤੁਹਾਡੀ ਸਾਰੀ ਸਾਇੰਸ 9ਵੀਂ ਕਲਾਸ 'ਚ ਹੀ ਪਾਤੀ ਉਹਨਾਂ ਨੇ। ਕਹਿੰਦੇ ਜਦੋਂ ਇੱਕ ਭਾਂਡੇ 'ਚ ਅਸੀਂ ਬਰਫ਼ ਪਾ ਦਿੰਦੇ ਹਾਂ, ਪਾਣੀ ਨਾਲ ਭਰੇ ਹੋਏ, ਅੱਧੇ ਭਰੇ ਹੋਏ ਭਾਂਡੇ 'ਚ, ਤਾਂ ਕੀ ਹੁੰਦਾ ਹੈ, ਬਰਫ਼ ਕੀ ਕਰਦੀ ਆ, ਪਾਣੀ ਨੂੰ ਡਿਸਪਲੇਸ ਕਰਕੇ ਸਾਈਡ 'ਤੇ ਕਰਕੇ ਉਹਦੀ ਜਗ੍ਹਾ 'ਤੇ ਫਿੱਟ ਹੋ ਜਾਂਦੀ ਹੈ। ਅਤੇ ਪਾਣੀ ਦੇ ਉੱਪਰ ਬਰਫ਼ ਇਸ ਕਰਕੇ ਤੈਰਦੀ ਹੁੰਦੀ ਹੈ ਕਿਉਂਕਿ ਪਾਣੀ ਦੀ ਜਿਹੜੀ ਡੈਂਸਿਟੀ ਉਹ ਜ਼ਿਆਦਾ ਹੈ, ਸੰਘਣਤਾ ਜ਼ਿਆਦਾ ਹੈ। ਜਿਹੜੀ ਚੀਜ਼ ਜ਼ਿਆਦਾ ਡੈਂਸ ਹੁੰਦੀ ਉਹ ਥੱਲੇ ਹੁੰਦੀ ਹੈ। ਇਹਦਾ ਮਤਲਬ ਪਾਣੀ ਦੇ ਉੱਪਰ ਜਿਹੜੀ ਬਰਫ਼ ਆ ਨਾ, ਉਹਦਾ ਵੋਲਿਊਮ ਆਲਰੇਡੀ ਜ਼ਿਆਦਾ ਹੈ, ਠੀਕ ਆ। ਕਿਉਂ? ਤੁਹਾਨੂੰ ਪਤਾ ਹੈ ਕਿ ਕੋਈ ਚੀਜ਼ ਜਿਹੜੀ ਆ ਉਹਦਾ ਆਇਤਨ, ਉਹਦਾ ਵੋਲਿਊਮ ਓਨਾ ਜ਼ਿਆਦਾ ਹੋਊਗਾ ਜਿੰਨੀ ਉਹਦੀ ਡੈਂਸਿਟੀ ਘੱਟ ਆ, ਕਿਉਂਕਿ ਜਿੰਨੀ ਜ਼ਿਆਦਾ ਸੰਘਣਤਾ ਉਨੀ ਘੱਟ ਵੋਲਿਊਮ, ਯਾਨੀ ਕਿ ਡੈਂਸਿਟੀ ਅਤੇ ਵੋਲਿਊਮ ਇੱਕ ਦੂਜੇ ਦੇ ਨਾਲ ਉਲਟ ਸੰਬੰਧਿਤ ਨੇ। ਕੋਈ ਚੀਜ਼ ਜਿੰਨੀ ਜ਼ਿਆਦਾ ਵੱਧ ਹੋਊਗੀ, ਮੋਟੀ ਹੋਊਗੀ, ਉਨੀ ਉਹਦੀ ਸੰਘਣਤਾ ਘੱਟ ਹੋਊਗੀ। ਸੋ ਬਰਫ਼ ਜਿਹੜੀ ਆ ਪਾਣੀ ਦੇ ਉੱਪਰ ਤੈਰ ਰਹੀ ਹੈ, ਇਹਦਾ ਮਤਲਬ ਬਰਫ਼ ਹਲਕੀ, ਉਹਦੀ ਡੈਂਸਿਟੀ ਘੱਟ ਆ, ਇਹਦਾ ਮਤਲਬ ਬਰਫ਼ ਦਾ ਵੋਲਿਊਮ ਕੀ ਆ, ਜ਼ਿਆਦਾ ਹੈ। ਬਰਫ਼ ਦਾ ਵੋਲਿਊਮ ਜ਼ਿਆਦਾ ਹੋਣ ਕਰਕੇ ਜਦੋਂ ਬਰਫ਼ ਪਿਘਲਦੀ ਹੈ ਅਤੇ ਬਰਫ਼ ਪਿਘਲ ਕੇ ਪਾਣੀ ਬਣਦੀ ਹੈ, ਤਾਂ ਉਹਦਾ ਵੋਲਿਊਮ ਘਟਣ ਲੱਗ ਪੈਂਦਾ ਹੈ, ਡਿਕਰੀਜ਼ ਘਟਣ ਲੱਗ ਪੈਂਦਾ ਹੈ, ਅਤੇ ਉਹ ਵੋਲਿਊਮ ਘਟ ਕੇ ਉਸੇ ਜਗ੍ਹਾ 'ਤੇ ਉਨੀ ਜਗ੍ਹਾ 'ਤੇ ਫਿੱਟ ਹੋ ਜਾਂਦਾ ਹੈ ਜਿੰਨੀ ਜਗ੍ਹਾ 'ਤੇ ਪਾਣੀ ਆ। ਇਹਦਾ ਮਤਲਬ ਤੁਹਾਡੇ ਦਿਮਾਗ 'ਚ ਆਊਗੀ ਕਿ ਜਦੋਂ ਬਰਫ਼ ਖੁਰ ਕੇ ਪਾਣੀ ਬਣਦੀ ਆ, ਤਾਂ ਬਰਫ਼ ਥੱਲੇ ਥੱਲੇ ਆ, ਉਹ ਤਾਂ ਉਸ ਪਾਣੀ ਦੀ ਜਗ੍ਹਾ 'ਤੇ ਆ ਗਈ, ਉੱਪਰਲੀ ਬਰਫ਼ ਕਿੱਥੇ ਜਾਊਗੀ। ਅਸਲ 'ਚ ਉੱਪਰ ਵਾਲੀ ਬਰਫ਼ ਕਿਤੇ ਵੀ ਨਹੀਂ ਜਾਂਦੀ, ਕਿਉਂਕਿ ਜਦੋਂ ਬਰਫ਼ ਤੋਂ ਪਾਣੀ ਬਣਦਾ ਹੈ ਨਾ, ਤਾਂ ਵੋਲਿਊਮ ਘਟ ਜਾਂਦਾ ਹੈ। ਇਹ ਮੈਂ ਹੁਣੇ ਦੱਸ ਕੇ ਹਟਿਆ, ਕਿਉਂਕਿ ਬਰਫ਼ ਦੀ ਡੈਂਸਿਟੀ ਜਿਹੜੀ ਆ ਉਹ ਪਾਣੀ ਤੋਂ ਘੱਟ ਹੁੰਦੀ ਆ, ਇਸੇ ਕਰਕੇ ਉਹ ਪਾਣੀ ਦੇ ਉੱਪਰ ਤੈਰਦੀ ਹੁੰਦੀ ਹੈ। ਜੇ ਬਰਫ਼ ਦੀ ਡੈਂਸਿਟੀ ਪਾਣੀ ਤੋਂ ਘੱਟ ਆ ਤਾਂ ਵੋਲਿਊਮ ਵੱਧ ਹੁੰਦਾ ਹੈ। ਇਹਦਾ ਮਤਲਬ ਜਦੋਂ ਕੋਈ ਚੀਜ਼ ਬਰਫ਼ ਤੋਂ ਪਾਣੀ ਬਣੂਗੀ ਤਾਂ ਵੋਲਿਊਮ ਘਟੂਗਾ। ਇਸ ਕਰਕੇ ਜਿਹੜੀ ਚੀਜ਼ ਪਹਿਲਾਂ ਉੱਪਰ ਇੰਨੀ ਜਗ੍ਹਾ 'ਚ ਕਵਰ ਹੋ ਰਹੀ ਆ, ਜਦੋਂ ਉਹ ਪਾਣੀ ਬਣੂਗੀ ਤਾਂ ਉਹ ਇੰਨੀ ਜਗ੍ਹਾ 'ਚ ਹੀ ਕਵਰ ਹੋ ਜੂਗੀ, ਥੱਲੇ ਥੱਲੇ ਫਿੱਟ ਹੋ ਜੂਗੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਕਹਿੰਦਾ ਹੈ ਆਰਕਮਿਡਸ ਪ੍ਰਿੰਸੀਪਲ। ਆਰਕਮਿਡਸ ਦਾ ਸਿਧਾਂਤ 9ਵੀਂ ਅਤੇ 11ਵੀਂ ਕਲਾਸ ਦੀ ਸਾਇੰਸ ਦੀ ਕਿਤਾਬ 'ਚ ਪੜ੍ਹਾਇਆ ਜਾਂਦਾ ਹੈ, ਇਹ ਸਾਰਾ ਉੱਥੇ ਕਵਰ ਕਰੀਦਾ ਹੈ। ਸੋ ਇਹਦਾ ਆਨਸਰ ਆ ਗਿਆ ਰਿਮੇਨਸ ਦੀ ਸੇਮ। ਸੋ ਇਸ ਤਰੀਕੇ ਦੇ ਟੈਕਨੀਕਲ ਸਵਾਲ ਜਿਹੜੇ ਆ ਉਹ 10 ਸਵਾਲ ਪੁੱਛੇ ਗਏ ਆ ਤੁਹਾਨੂੰ। ਆ ਜਾਓ ਅਗਲਾ ਸਵਾਲ ਆ ਗਿਆ ਆਪਣੇ ਕੋਲ। ਕਹਿੰਦੇ ਰੇਨਬੋ ਕਿਵੇਂ ਬਣਦਾ ਹੈ। ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਇੱਕ ਨਾ ਪ੍ਰਿਜ਼ਮ ਹੁੰਦਾ ਹੈ, ਪ੍ਰਿਜ਼ਮ ਦੇ ਅੱਗੇ ਇੱਕ ਚਿੱਟੀ ਲਾਈਟ ਮਾਰੋ, ਪ੍ਰਿਜ਼ਮ 'ਚੋਂ 7 ਲਾਈਟਾਂ ਨਿਕਲ ਜਾਂਦੀਆਂ। ਇਹਨੂੰ ਕਹਿੰਦੇ ਆ ਡਿਸਪਰਸ਼ਨ, ਖਿੰਡਣਾ, ਕਿ ਕਿਸੇ ਵੀ ਚੀਜ਼ ਦਾ
ਪ੍ਰਸਾਰ ਹੋ ਜਾਣਾ। ਇਹਨੂੰ ਨਾ ਆਪਾਂ ਜੇ ਕੋਈ ਇੰਗਲਿਸ਼ 'ਚ ਵਰਡ ਹੋਵੇ ਨਾ ਡਿਸਪਰਜਨ, ਇਹ 12ਵੀਂ ਅਤੇ 10ਵੀਂ ਕਲਾਸ ਦਾ ਚੈਪਟਰ ਆ, ਉਹਦਾ ਨਾਮ ਆ ਆਪਟਿਕਸ। ਆਪਟਿਕਸ ਦੇ ਵਿੱਚ ਜਿਹੜਾ ਬੰਦਾ ਸਾਇੰਸ 'ਚ ਇੰਨੀ ਕੁ ਆਪਟਿਕਸ ਪੜ੍ਹਦਾ ਹੈ ਉਹੀ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ। ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੱਕ ਲਾਈਟ ਜਿਹੜੀ ਆ ਜਦੋਂ ਉਹ 7 ਰੰਗਾਂ 'ਚ ਖਿੰਡਦੀ ਆ ਉਹਨੂੰ ਕਹਿੰਦੇ ਆ ਕਿਰਨ ਪ੍ਰਸਾਰ, ਅਤੇ ਇੰਗਲਿਸ਼ 'ਚ ਉਹਨੂੰ ਕਹਿੰਦੇ ਆ ਡਿਸਪਰਸ਼ਨ। ਡਿਸਪਰਸ਼ਨ ਕਰਕੇ ਜਿਹੜੀ ਲਾਈਟ ਆ, ਠੀਕ ਆ, ਉਹ ਸਾਨੂੰ 7 ਰੰਗਾਂ 'ਚ ਦਿਸਦੀ ਆ। ਪਰ ਮੰਨ ਲਓ ਆ ਉੱਪਰ ਬੱਦਲ ਹੋਣ, ਆ ਬੱਦਲ ਆ, ਬੱਦਲਾਂ 'ਚ ਇੱਕ ਚਿੱਟੀ ਲਾਈਟ ਵੱਜੀ, ਉਹ ਖਿੰਡ ਕੇ 7 ਰੰਗਾਂ 'ਚ ਬਦਲ ਗਈ, ਉਹ ਤਾਂ ਉੱਪਰ ਹੀ ਚਲੇ ਜੂਗੀ, ਤੁਸੀਂ ਤਾਂ ਖੜ੍ਹੇ ਹੋ ਥੱਲੇ, ਤੁਹਾਨੂੰ ਕਿਵੇਂ ਦਿਸੂਗੀ? ਤੁਹਾਨੂੰ ਉਹ ਤਾਂ ਦਿਸੂਗੀ ਜੇ ਉਹ ਲਾਈਟ ਜਿਹੜੀ ਆ ਰਿਫਲੈਕਟ ਹੋ ਕੇ ਵਾਪਸ ਵੀ ਆਵੇ। ਇਹਦਾ ਮਤਲਬ ਤੁਹਾਨੂੰ ਉਹ ਲਾਈਟ ਜਿਹੜੀ ਆ ਡਿਸਪਰਸ ਹੋ ਕੇ ਇੱਕ ਰੰਗ ਤੋਂ 7 ਰੰਗਾਂ 'ਚ ਬਦਲੀ ਹੋਈ ਵੀ ਚਾਹੀਦੀ ਆ, ਅਤੇ ਰਿਫਲੈਕਸ਼ਨ ਵੀ ਹੋਣੀ ਚਾਹੀਦੀ ਉਹਦੀ ਪੂਰੀ ਰਿਫਲੈਕਸ਼ਨ ਵੀ ਹੋਣੀ ਚਾਹੀਦੀ ਆ। ਫਿਰ ਜਾ ਕੇ ਤੁਹਾਨੂੰ ਉਹ ਲਾਈਟ ਜਿਹੜੀ ਆ ਤੁਹਾਡੀਆਂ ਅੱਖਾਂ ਤੱਕ ਪਹੁੰਚੂਗੀ। ਇਟ ਮੀਨਸ ਪਹਿਲਾਂ ਤਾਂ ਲਾਈਟ ਜਿਹੜੀ ਆ ਉਹਦਾ ਪ੍ਰਸਾਰ ਹੋਵੇ, ਅਤੇ ਫਿਰ ਉਹ ਲਾਈਟ ਰਿਫਲੈਕਟ ਹੋ ਕੇ ਤੁਹਾਡੀਆਂ ਅੱਖਾਂ 'ਚ ਆਵੇ। ਬੱਦਲ ਉੱਥੇ ਰਿਫਲੈਕਸ਼ਨ ਦਾ ਕੰਮ ਵੀ ਕਰਨ, ਸ਼ੀਸ਼ੇ ਦਾ ਕੰਮ ਵੀ ਕਰਨ, ਕਿਉਂਕਿ ਸ਼ੀਸ਼ਾ ਕਿਸੇ ਵੀ ਲਾਈਟ ਨੂੰ ਰਿਫਲੈਕਟ ਕਰਕੇ ਵਾਪਸ ਭੇਜਦਾ ਹੈ। ਇਹੋ ਜਿਹੇ ਬੜੇ ਸਵਾਲ ਹੁੰਦੇ ਆ ਜਿਹੜੇ ਤੁਹਾਨੂੰ ਪੇਪਰਾਂ 'ਚ ਆਉਂਦੇ ਆ। ਉਹ ਤੁਹਾਨੂੰ ਪਤਾ ਕੀ ਪੁੱਛਦੇ ਆ? ਉਹ ਤੁਹਾਨੂੰ ਬਹੁਤ ਟੈਕਨੀਕਲ ਜਿਹੇ ਸਵਾਲ ਪੁੱਛਦੇ ਆ ਕਿ ਸੂਰਜ ਚੜ੍ਹਨ ਲੱਗੇ ਅਤੇ ਛਿਪਣ ਲੱਗੇ ਜਿਹੜਾ ਹੈ ਉਹ ਆਪਣੇ ਹੋਰੀਜ਼ਨ ਤੋਂ, ਜਾਂ ਸੂਰਜ ਚੜ੍ਹਨ ਲੱਗੇ ਅਤੇ ਛਿਪਣ ਲੱਗੇ, ਚੜ੍ਹਨ ਤੋਂ ਪਹਿਲਾਂ ਅਤੇ ਛਿਪਣ ਤੋਂ ਬਾਅਦ ਥੋੜ੍ਹੀ ਥੋੜ੍ਹੀ ਲਾਲੀ ਕਿਉਂ ਛੱਡਦਾ ਹੈ? ਇਟ ਇਜ਼ ਡਿਊ ਟੂ ਰਿਫਲੈਕਸ਼ਨ, ਦੂਜੀ ਆਪਸ਼ਨ ਰਿਫਰੈਕਸ਼ਨ, ਤੀਜੀ ਆਪਸ਼ਨ ਟੋਟਲ ਇੰਟਰਨਲ ਰਿਫਲੈਕਸ਼ਨ, ਅਤੇ ਚੌਥੀ ਆਪਸ਼ਨ ਸਕੈਟਰਿੰਗ। ਕਈ ਵਾਰੀ ਸਾਨੂੰ ਪੇਪਰ 'ਚ ਇਹੋ ਜਿਹਾ ਸਵਾਲ ਪੁੱਛ ਲੈਂਦੇ ਆ ਕਿ ਆਕਾਸ਼ ਦਾ ਰੰਗ ਨੀਲਾ ਕਿਉਂ ਹੁੰਦਾ ਹੈ? ਇਟ ਇਜ਼ ਡਿਊ ਟੂ ਪਹਿਲਾ ਆਪਸ਼ਨ ਰਿਫਲੈਕਸ਼ਨ, ਦੂਜਾ ਆਪਸ਼ਨ ਰਿਫਰੈਕਸ਼ਨ, ਤੀਜਾ ਆਪਸ਼ਨ ਡਿਸਪਰਜਨ, ਅਤੇ ਚੌਥਾ ਆਪਸ਼ਨ ਸਕੈਟਰਿੰਗ। ਤੁਹਾਨੂੰ ਕਈ ਵਾਰੀ ਇਹ ਕਹਿ ਦਿੰਦੇ ਨੇ ਕਿ ਪਾਣੀ ਦੇ ਵਿੱਚ ਇੱਕ ਸਿੱਕਾ, ਪਾਣੀ ਅੱਧੀ ਬਾਲਟੀ ਪਾਣੀ ਨਾਲ ਭਰੀ ਆ, ਉਹਦੇ 'ਚ ਸਿੱਕਾ ਸਿੱਟਤਾ, ਉਹ ਉੱਪਰ ਉੱਠਿਆ ਹੋਇਆ ਕਿਉਂ ਦਿਸੂਗਾ? ਇਟ ਇਜ਼ ਡਿਊ ਟੂ, ਫੇਰ ਆਈ 4 ਆਪਸ਼ਨਸ। ਤੁਹਾਨੂੰ ਪਤਾ ਹਰ ਇੱਕ ਦੇ ਅੱਡ ਅੱਡ ਕਾਰਨ ਆ, ਅਤੇ ਰੱਟਾ ਮਾਰ ਕੇ ਜਾਂਦੇ ਹੋ ਅਤੇ ਉੱਥੇ ਜਾ ਕੇ ਖਿੱਲਰ ਕੇ ਬਹਿ ਜਾਂਦੇ ਹੋ। ਸੋ ਇਸ ਸਵਾਲ ਦਾ ਜਵਾਬ ਹੋ ਗਿਆ ਡਿਸਪਰਸ਼ਨ ਅਤੇ ਟੋਟਲ ਇੰਟਰਨਲ ਰਿਫਲੈਕਸ਼ਨ। ਜਸਟ ਮੈਂ ਕਹਾਣੀ ਸਮਝਾਈ ਆ ਤੁਹਾਨੂੰ, ਰੱਟੇ ਨਹੀਂ ਮਰਾ ਰਿਹਾ, ਬਿਕੋਜ਼ ਇਹ ਚੀਜ਼ ਸਮਝਾਉਂਦੇ ਹੋਏ ਨਾ ਪੂਰਾ ਇੱਕ ਲੈਕਚਰ ਲੱਗ ਜਾਂਦਾ ਹੈ ਸਾਇੰਸ ਦਾ। ਆ ਜਾਓ, ਕਹਿੰਦਾ ਜੀ ਜਦੋਂ ਇੱਕ ਬੰਦਾ ਡਾਰਕ ਰੂਮ 'ਚ ਐਂਟਰ ਕਰਦਾ ਹੈ ਬਾਹਰਲੀ ਚਾਨਣ 'ਚੋਂ, ਤਾਂ ਕੁਛ ਸਮੇਂ ਤੱਕ ਉਹ ਬਿਲਕੁਲ ਵੀ ਦੇਖ ਨਹੀਂ ਪਾਉਂਦਾ, ਠੀਕ ਆ। ਤਾਂ ਉਹਦੇ ਵਾਸਤੇ ਮਤਲਬ ਕਿ ਕੀ ਕਾਰਨ ਆ ਕਿ ਆਈ ਜਿਹੜੀ ਆ, ਅੱਖ ਆ ਜਿਹੜੀ, ਉਹ ਆਪਣੇ ਆਪ ਨੂੰ ਉਹਦੇ ਅਕੋਰਡਿੰਗ ਐਡਜਸਟ ਨਹੀਂ ਕਰ ਪਾਉਂਦੀ, ਯਾਨੀ ਕਿ ਅਨੁਕੂਲ ਨਹੀਂ ਕਰ ਪਾਉਂਦੀ। ਦੂਜਾ ਜਿਹੜਾ ਰੈਟੀਨਾ ਹੁੰਦਾ ਹੈ ਉਹ ਕੁਛ ਪਲਾਂ ਲਈ ਬਹੁਤ ਸੈਂਸਿਟਿਵ, ਯਾਨੀ ਕਿ ਸੰਵੇਦਨਸ਼ੀਲ ਹੋ ਜਾਂਦਾ ਹੈ। ਤੀਜਾ ਜਿਹੜੀ ਸਾਡੀ ਅੱਖਾਂ ਦੀ ਝਿੱਲੀ ਹੁੰਦੀ ਆ, ਠੀਕ ਆ, ਉਹ ਸਾਡੀ ਪਿਊਪਿਲ, ਯਾਨੀ ਕਿ ਜਿਹੜੀ ਪੁਤਲੀ ਹੁੰਦੀ ਆ ਸਾਡੀ, ਉਹਨੂੰ ਤੁਰੰਤ ਡਿਲਿਊਟ, ਯਾਨੀ ਕਿ ਡਿਲੇਟ, ਯਾਨੀ ਕਿ ਉਹਨੂੰ ਫੈਲਾ ਨਹੀਂ ਸਕਦੀ। ਚੌਥੀ ਆਪਸ਼ਨ ਕਿ ਜਿਹੜੀ ਲੈਂਸ ਅਤੇ ਰੈਟੀਨਾ ਦੇ ਵਿਚਲਾ ਜਿਹੜਾ ਗੈਪ ਹੁੰਦਾ ਹੈ ਉਹ ਆਪਣੇ ਆਪ ਨੂੰ ਐਡਜਸਟ ਕਰਨ 'ਚ ਟਾਈਮ ਲਾਉਂਦਾ ਹੈ। ਲਓ ਜੀ, ਇਹ ਸਮਝਾਉਣਾ ਹੁਣ ਮੈਂ ਤੁਹਾਨੂੰ। ਹਾਂਜੀ, ਆਹ ਦੇਖੋ, ਇਹ ਹੋ ਗਈ ਆਪਣੀ ਅੱਖ, ਠੀਕ ਆ। ਹੁਣ ਅੱਖ ਦੀ ਜੇ ਆਪਾਂ ਇੱਥੋਂ ਦੇਖੀਏ ਤਾਂ ਆਪਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਇਹ ਸਾਹਮਣੇ ਹੋ ਗਈ ਉਹਦੀ ਪੁਤਲੀ ਅਤੇ ਮਗਰਲੇ ਪਾਸੇ ਆਹ ਹੋ ਗਈ ਆਪਣੀ ਕੁੱਲ ਪੁਤਲੀ, ਆਹ ਹੋ ਗਿਆ ਜੀ ਆਪਣਾ ਆਇਰਿਸ, ਠੀਕ ਆ। ਜਿਹੜੀ ਸਾਡੀ ਅੱਖ ਦੀ ਆਇਰਿਸ ਹੁੰਦੀ ਆ, ਠੀਕ ਆ, ਜਿਹੜੀ ਉੱਪਰਲੀ ਪਰਤ ਹੁੰਦੀ ਹੈ ਸਾਡੀ ਅੱਖ ਦੀ, ਤਾਂ ਉਹ ਬੇਸਿਕਲੀ ਕੀ ਕਰਦੀ ਆ, ਉਹ ਇਸ ਪਿਊਪਲ ਨੂੰ ਰਿਲੈਕਸ ਨਹੀਂ ਹੋਣ ਦਿੰਦੀ। ਕਿਉਂਕਿ ਅਸਲ 'ਚ ਕੀ ਆ, ਆਪਾਂ ਨੂੰ ਇੱਕੋ ਦਮ ਜਦੋਂ ਅਸੀਂ ਬੰਦ ਚਾਨਣ ਵਾਲੇ ਪਾਸਿਓਂ ਆਪਾਂ ਹਨੇਰੇ ਵਾਲੇ ਕਮਰੇ 'ਚ ਜਾਂਦੇ ਹਾਂ, ਅਸਲ 'ਚ ਜਦੋਂ ਅਸੀਂ ਬਹੁਤ ਸਾਰੇ ਚਾਨਣ 'ਚ ਹੁੰਦੇ ਹਾਂ ਅਤੇ ਆਪਣੀ ਜਿਹੜੀ ਅੱਖ ਆ, ਜਿਹੜੀ ਆਇਰਿਸ ਆ, ਉਹ ਕਾਫੀ ਅੱਗੇ ਆਈ ਹੁੰਦੀ ਹੈ, ਐਵੇਂ ਕਾਫੀ ਅੱਗੇ ਆ ਗਈ ਹੁੰਦੀ ਹੈ, ਕਿਉਂਕਿ ਅਸਲ 'ਚ ਉਹ ਚਾਹੁੰਦੇ ਆ ਕਿ ਸਾਡੀ ਅੱਖ 'ਚ ਜ਼ਿਆਦਾ ਲਾਈਟ ਨਾ ਆਵੇ। ਜਦੋਂ ਇੱਕੋ ਦਮ ਅਸੀਂ ਹਨੇਰੇ ਵਾਲੇ ਕਮਰੇ 'ਚ ਜਾਂਦੇ ਹਾਂ ਤਾਂ ਜਿਹੜੀ ਆਇਰਿਸ ਆ ਉਹ ਇਸ ਪਿਊਪਿਲ ਨੂੰ ਖੁੱਲ੍ਹਣ 'ਚ ਥੋੜ੍ਹਾ ਜਿਹਾ ਟਾਈਮ ਲਾ ਦਿੰਦੀ ਆ। ਚਾਹੇ ਆਪਾਂ ਇਹਨੂੰ ਪੰਜਾਬੀ 'ਚ ਕਹਿ ਲਈਏ, ਆਹ ਦੇਖੋ ਤੁਹਾਡੇ ਸਾਹਮਣੇ ਹੀ ਆ, ਆਹ ਜਿਹੜੀ ਸਾਫ਼ ਪਰਤ ਆ ਇਹ ਆਇਰਿਸ ਆ, ਅਤੇ ਜਿਹੜੀ ਆਹ ਅੱਗੇ ਆ ਪੁਤਲੀ ਆ ਇਹ ਪਿਊਪਿਲ ਆ। ਸੋ ਦੋਵੇਂ ਫੋਟੋਜ਼ ਇੰਗਲਿਸ਼ ਅਤੇ ਪੰਜਾਬੀ ਦੀਆਂ ਸਾਡਾ ਜਿਹੜਾ ਵੀ ਸਟੱਡੀ ਮਟੀਰੀਅਲ ਤੁਹਾਨੂੰ ਮਿਲੂਗਾ ਉਹਦੇ 'ਚ ਐਵੇਂ ਮਿਲਣਗੀਆਂ, ਬਣੀਆਂ ਹੋਈਆਂ ਫੋਟੋਜ਼ ਨੇ ਕਿ ਇੱਕ ਪਾਸੇ ਇੰਗਲਿਸ਼ ਇੱਕ ਪਾਸੇ ਪੰਜਾਬੀ। ਕਈਆਂ ਨੂੰ ਨਹੀਂ ਸਮਝ ਆਉਂਦੀ ਯਾਰ, ਇਹ ਜ਼ਰੂਰੀ ਨਹੀਂ ਹੁੰਦਾ, ਤਾਂ ਕਿ ਉਹਨਾਂ ਨੂੰ ਸਾਰੇ ਕੌਨਸੈਪਟ ਚੰਗੀ ਤਰ੍ਹਾਂ ਕਲੀਅਰ ਹੋ ਸਕਣ, ਠੀਕ ਹੈ। ਸੋ ਆਇਰਿਸ ਜਿਹੜਾ ਹੈ ਉਹ ਪਿਊਪਿਲ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ ਹੈ, ਕਿ ਉਹ ਪਿਊਪਿਲ ਨੂੰ ਥੋੜ੍ਹਾ ਜਿਹਾ ਓਪਨ ਕਰਨ 'ਚ ਟਾਈਮ ਲਾ ਦਿੰਦਾ ਹੈ। ਇਸ ਕਰਕੇ ਓਨਾ ਕੁ ਚਿਰ ਸਾਨੂੰ ਨਾ ਹਨੇਰੇ ਵਾਲੇ ਕਮਰੇ 'ਚ ਜਾ ਕੇ ਹਨੇਰਾ ਜਿਹਾ ਹੀ ਦਿਸਦਾ ਹੈ। ਆ ਲਓ ਜੀ, ਇਹਦਾ ਮਤਲਬ ਆਇਰਿਸ ਜਿਹੜਾ ਹੈ ਉਹ ਇੰਨੀ ਛੇਤੀ ਪਿਊਪਿਲ ਨੂੰ ਓਪਨ ਕਰਨ 'ਚ ਅਸਮਰਥ ਹੁੰਦਾ ਹੈ। ਮਤਲਬ ਜਿਹੜੀ ਸਾਡੀ ਝਿੱਲੀ ਹੁੰਦੀ ਆ ਉਹ ਸਾਡੀ ਅੱਖਾਂ ਦੀ ਪੁਤਲੀ ਨੂੰ ਤੁਰੰਤ ਫੈਲਾਉਣ 'ਚ
ਇੱਕੋ ਦਮ ਉਹਨੂੰ ਦਿੱਕਤ ਆਉਂਦੀ ਹੈ ਕਿ ਇੱਕੋ ਦਮ ਉਹਨੂੰ ਨਹੀਂ ਫੈਲਾ ਪਾਉਂਦੀ। ਸੋ ਇਹ ਹੋ ਗਿਆ ਜੀ ਇਹਦਾ ਜਵਾਬ। ਨੈਕਸਟ ਕਹਿੰਦੇ ਜਿਹੜੀ ਧੁਨੀ ਦੀ ਉਹ ਹੁੰਦੀ ਆ, ਠੀਕ ਆ, ਮਤਲਬ ਕਿ ਧੁਨੀ ਦੀ ਗਤੀ ਜਿਹੜੀ ਹੁੰਦੀ ਆ ਉਹ ਸਭ ਤੋਂ ਵੱਧ ਕਿੱਥੇ ਹੁੰਦੀ ਹੈ। ਇਹਨਾਂ ਦੀ ਤੇ ਆਪਣੀ ਜਿਹੜੀ ਪੰਜਾਬੀ ਉਹ ਵੀ ਬੜੀ ਖਤਰਨਾਕ ਹੋ ਜਾਂਦੀ ਹੈ ਕਈ ਵਾਰ, ਠੀਕ ਆ। ਕਿ ਦੇਖੋ ਸਾਊਂਡ, ਜੇ ਤੁਹਾਡੇ ਚੋਂ ਕਿਸੇ ਨੇ 9ਵੀਂ ਕਲਾਸ ਦੀ ਸਾਇੰਸ ਪੜ੍ਹੀ ਹੈ ਅਤੇ 9ਵੀਂ ਕਲਾਸ ਦੀ ਸਾਇੰਸ 'ਚ ਇੱਕ ਚੈਪਟਰ ਆ ਸਾਊਂਡ, ਤੁਹਾਨੂੰ ਇੱਕ ਗੱਲ ਸਮਝ ਆ ਰਹੀ ਹੈ ਕਿ ਇਹ ਸਾਰੇ ਟੌਪਿਕ ਉਹ ਨੇ ਜੋ 9ਵੀਂ 10ਵੀਂ 'ਚ ਨੇ। ਮੈਂ ਤਾਂ ਇਹ ਗੱਲ ਕਹਿੰਦਾ ਹੁੰਦਾ ਕਿ ਜੇ ਆਪ ਸਮਝ ਆਉਂਦੇ ਆ ਤਾਂ ਆਪ ਸਮਝ ਕੇ ਦੇਖ ਲਓ। ਕੌਨਸੈਪਟ ਇੰਨੇ ਕੁ ਜ਼ਿਆਦਾ ਵਧੀਆ ਪੁੱਛਦੇ ਆ ਪੇਪਰ ਵਾਲੇ ਕਿ ਕਈ ਵਾਰੀ ਨਾ ਮਾੜਾ ਬੰਦਾ ਤਾਂ ਡਰ ਜਾਂਦਾ ਕਿ ਯਾਰ ਐਡੇ ਕੌਨਸੈਪਟ ਅਸੀਂ ਪੜ੍ਹਾਂਗੇ ਕਿਵੇਂ। ਬੜੇ ਸੌਖੇ ਨੇ ਜੇ ਤੁਸੀਂ ਕਿਤੇ ਮਤਲਬ ਕਿ 9ਵੀਂ 10ਵੀਂ ਵਾਲੇ ਟੀਚਰ ਤੋਂ ਸਮਝਿਆ ਹੋਵੇ ਤਾਂ, ਨਹੀਂ ਤਾਂ ਓਬਵੀਅਸ ਜੀ ਗੱਲ ਆ ਕਿ ਸਾਊਂਡ ਇੱਕ ਬੜਾ ਸੌਖਾ ਜਿਹਾ ਚੈਪਟਰ ਆ। ਕਹਿੰਦੇ ਧੁਨੀ ਦੀ ਆਵਾਜ਼ ਜਿਹੜੀ ਹੈ ਨਾ, ਇਹਨੂੰ ਲੈ ਕੇ ਦੋ ਬੰਦਿਆਂ ਨੇ ਕੰਮ ਕੀਤਾ ਹੈ, ਇੱਕ ਨਿਊਟਨ ਨੇ ਅਤੇ ਇੱਕ ਲੈਪਲੇਸ ਨੇ। ਲੈਪਲੇਸ ਨੇ ਅਤੇ ਨਿਊਟਨ ਨੇ ਕਿਹਾ, ਮਿਲਾ ਮਿਲੂ ਕੇ ਮੈਂ ਇਕੱਠੀ ਗੱਲ ਦੱਸਦਾ ਕਿ ਸਾਊਂਡ ਦੀ ਸਪੀਡ ਨਾ ਐਵਰੇਜ 330 ਜਾਂ 32 ਮੀਟਰ ਪਰ ਸੈਕਿੰਡ ਹੁੰਦੀ ਆ। ਧੁਨੀ ਦੀ ਆਵਾਜ਼ ਆ ਜਿਹੜੀ, ਧੁਨੀ ਦੀ ਗਤੀ ਆ ਜਿਹੜੀ ਬੇਸਿਕਲੀ, ਅਤੇ ਧੁਨੀ ਦੀ ਗਤੀ ਜਿਹੜੀ ਆ ਇਹ ਡਿਪੈਂਡ ਕਰਦੀ ਆ ਅੱਗੇ ਵੀ। ਹੁਣ ਪੇਪਰ 'ਚ ਇਹ ਚੀਜ਼ ਆਉਂਦੀ ਹੁੰਦੀ ਕਿ ਧੁਨੀ ਦੀ ਗਤੀ ਕਿਸ 'ਤੇ ਡਿਪੈਂਡ ਨਹੀਂ ਕਰਦੀ। ਹਵਾ 'ਚ ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ, ਦਬਾਅ ਹੋਵੇ, ਧੁਨੀ ਦੀ ਗਤੀ 'ਤੇ ਕੋਈ ਫਰਕ ਨਹੀਂ ਪੈਂਦਾ। ਇਹ ਰੱਟਾ ਮਾਰ ਲਓ। ਇਹ ਮੈਂ ਸਾਊਂਡ ਵਾਲੇ ਚੈਪਟਰ 'ਚ ਬਹੁਤ ਡਿਟੇਲ 'ਚ ਪੜ੍ਹਾਉਣਾ ਹੁੰਦਾ, ਪਰ ਇੱਥੇ ਮੈਂ ਮੋਟਾ ਦੱਸਦਾ ਕਿ ਧੁਨੀ ਦੀ ਗਤੀ ਜਿਹੜੀ ਆ, ਸਾਊਂਡ ਦੀ ਸਪੀਡ ਜਿਹੜੀ ਆ, ਇਟ ਡਜ਼ ਨਾਟ ਡਿਪੈਂਡਸ ਅਪੋਨ ਪ੍ਰੈਸ਼ਰ। ਪ੍ਰੈਸ਼ਰ 'ਤੇ ਤਾਂ ਡਿਪੈਂਡ ਹੀ ਨਹੀਂ ਕਰਦੀ। ਧੁਨੀ ਦੀ ਗਤੀ ਜਿਹੜੀ ਆ, ਸਪੀਡ ਆ ਜਿਹੜੀ, ਉਹ ਡਿਪੈਂਡ ਕਰਦੀ ਆ ਟੈਂਪਰੇਚਰ 'ਤੇ। ਜਿੰਨਾ ਵੱਧ ਟੈਂਪਰੇਚਰ ਹੋਊਗਾ ਉਨੀ ਧੁਨੀ ਦੀ ਗਤੀ ਵੱਧ ਹੋਊਗੀ। ਤੁਹਾਨੂੰ ਕਿਸੇ ਨੇ ਕਹਿ ਤਾ ਕਿ ਆਵਾਜ਼ ਜਿਹੜੀ ਆ 27 ਡਿਗਰੀ 'ਤੇ ਜ਼ਿਆਦਾ ਵਧੀਆ ਸੁਣੂਗੀ ਕਿ 37 'ਤੇ ਕਿ 47 'ਤੇ, ਤੁਸੀਂ ਫੱਟ ਕਹਿ ਦੋਗੇ 47 'ਤੇ। ਅਗਲੀ ਗੱਲ, ਧੁਨੀ ਦੀ ਗਤੀ ਜਿਹੜੀ ਆ ਨਾ, ਸਾਊਂਡ ਦੀ ਸਪੀਡ ਜਿਹੜੀ ਆ, ਉਹ ਉਲਟ ਨਿਰਭਰ ਕਰਨ ਦਾ ਮਤਲਬ ਆ ਕਿ ਕਿਸੇ ਦੇ ਵਧਣ ਨਾਲੋਂ ਘਟਦੀ ਆ। ਉਹ ਉਲਟ ਨਿਰਭਰ ਕਰਦੀ ਆ ਹਵਾ ਦੀ ਸੰਘਣਤਾ 'ਤੇ, ਡੈਂਸਿਟੀ 'ਤੇ। ਜਿੰਨੀ ਜ਼ਿਆਦਾ ਹਵਾ ਦੀ ਡੈਂਸਿਟੀ, ਘਣਤਾ, ਸੰਘਣਤਾ ਘੱਟ ਹੋਊਗੀ, ਠੀਕ ਆ, ਉਨੀ ਸਾਊਂਡ ਦੀ ਸਪੀਡ ਜ਼ਿਆਦਾ ਹੋਊਗੀ। ਸੋ ਇਹ ਵੀ ਆਪਾਂ ਨੂੰ ਗੱਲ ਸਮਝ ਆ ਗਈ। ਇਹ 3 ਫਾਰਮੂਲੇ ਬਣਾਏ ਆ ਮੈਂ। ਟੈਂਪਰੇਚਰ 'ਤੇ ਸਿੱਧੀ ਸੰਬੰਧ ਆ, ਡੈਂਸਿਟੀ ਨਾਲ ਉਲਟਾ ਸੰਬੰਧ ਆ, ਅਤੇ ਪ੍ਰੈਸ਼ਰ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸੋ ਆਹ 3 ਗੱਲਾਂ। ਹੁਣ ਰਹਿ ਗਈ ਰੌਲਾ ਆਪਣੇ ਕੋਲ ਕਿਹੜੀ ਹਵਾ ਦਾ। ਇੱਕ ਆਪਣੇ ਕੋਲ ਰਹਿ ਗਈ ਹੈ ਜੀ ਹਵਾ, ਇੱਕ ਹੁੰਦੀ ਹੈ ਜੀ, ਹੁਣ ਹਵਾ 2 ਪ੍ਰਕਾਰ ਦੀ ਹੈ। ਇੱਕ ਹੁੰਦੀ ਹੈ ਜੀ ਸੁੱਕੀ ਹਵਾ, ਖੁਸ਼ਕ ਹਵਾ। ਇੱਕ ਹੁੰਦੀ ਹੈ ਹਿਊਮਿਡ, ਨਮੀ ਵਾਲੀ ਹਵਾ, ਠੀਕ ਆ। ਹੁਣ ਬਸ ਇਹ ਪਤਾ ਲੱਗ ਜੇ ਕਿ ਇਹਨਾਂ 'ਚੋਂ ਕਿਹੜੀ ਹਵਾ ਦੀ ਡੈਂਸਿਟੀ ਜ਼ਿਆਦਾ ਹੈ। ਦੇਖੋ ਜਿਹੜੀ ਨਮੀ ਵਾਲੀ ਹਵਾ ਉਹਦੇ 'ਚ ਆ ਪਾਣੀ, ਠੀਕ ਆ, ਅਤੇ ਜਿਹੜੀ ਖੁਸ਼ਕ ਹਵਾ ਉਹਦੇ 'ਚ ਪਾਣੀ ਨਹੀਂ ਹੈਗੀ। ਪਾਣੀ ਤੋਂ ਬਿਨਾਂ ਦੂਜੀਆਂ ਗੈਸਾਂ ਨੇ, ਅਮੋਨੀਆ, ਅਮੋਨੀਆ ਤਾਂ ਨਹੀਂ, ਕਾਰਬਨ ਡਾਈਆਕਸਾਈਡ ਹੋ ਗਈ, ਜਾਂ ਹੋਰ ਮਿਥੇਨ ਵਰਗੀਆਂ ਕਈ ਗੈਸਾਂ। 90% ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਖੁਸ਼ਕ ਹਵਾ ਉਹਦੇ 'ਚ ਪਾਣੀ ਆ ਅਤੇ ਪਾਣੀ ਕਰਕੇ ਉਹ ਭਾਰੀ ਆ। ਪਰ ਤੁਹਾਨੂੰ ਪਤਾ ਪਾਣੀ ਨਾਲੋਂ ਕਿਤੇ ਵੱਧ ਹੁੰਦਾ ਹੈ ਭਾਰ ਕਾਰਬਨ ਡਾਈਆਕਸਾਈਡ ਦਾ। ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੀ ਤਾਂ ਹੁੰਦੀ ਆ ਪਾਣੀ ਵਾਲੀ ਹਵਾ, ਉਹਦੀ ਡੈਂਸਿਟੀ ਘੱਟ ਹੁੰਦੀ ਹੈ। ਪਾਣੀ ਵਾਲੀ ਹਵਾ ਦੀ ਡੈਂਸਿਟੀ ਘੱਟ ਹੁੰਦੀ ਹੈ, ਗੌਰ ਕਰਿਓ। ਅਤੇ ਖੁਸ਼ਕ ਹਵਾ ਦੀ ਡੈਂਸਿਟੀ ਵੱਧ ਹੁੰਦੀ ਹੈ, ਕਿਉਂਕਿ ਖੁਸ਼ਕ ਪੇਪਰ 'ਚ ਇਹ ਵੀ ਸਵਾਲ ਆ ਜਾਂਦਾ ਹੈ ਕਿ ਵੱਧ ਡੈਂਸਿਟੀ ਕਿਹਦੀ ਹੁੰਦੀ ਹੈ, ਖੁਸ਼ਕ ਹਵਾ ਦੀ ਕਿ ਪਾਣੀ ਵਾਲੀ ਹਵਾ ਦੀ। 90% ਨੂੰ ਪਾਣੀ ਵਾਲੀ ਹਵਾ ਭਾਰੀ ਲੱਗਣ ਲੱਗ ਪੈਂਦੀ ਹੈ, ਪਰ ਖੁਸ਼ਕ ਹਵਾ ਦੇ ਵਿੱਚ ਜਿਹੜੀ ਖੁਸ਼ਕੀ ਆ, ਉਹ ਜਿਹੜੀਆਂ ਗੈਸਾਂ ਕਰਕੇ ਨੇ ਉਹ ਤਾਂ ਪਾਣੀ ਤੋਂ ਵੱਧ ਭਾਰੀਆਂ ਨੇ। ਸੋ ਇੱਥੇ ਆ ਕੇ ਤੁਸੀਂ ਟਰੈਪ ਹੋ ਸਕਦੇ ਸੀ। ਸੋ ਇਸ ਟਰੈਪ ਤੋਂ ਬਚਣ ਦਾ ਆਹੀ ਇੱਕ ਤਰੀਕਾ ਹੈ। ਕਹਿੰਦੇ ਪਹਿਲੀ ਗੱਲ ਆ ਕਿ ਪਾਣੀ ਦੀ ਸਪੀਡ ਜਿਹੜੀ ਆ ਉਹ ਉਲਟ ਨਿਰਭਰ ਕਰਦੀ ਆ ਡੈਂਸਿਟੀ 'ਤੇ। ਜਿੰਨੀ ਘੱਟ ਡੈਂਸਿਟੀ ਉਨੀ ਜ਼ਿਆਦਾ ਸਪੀਡ। ਇਹਦਾ ਮਤਲਬ ਸਾਨੂੰ ਇੱਧਰੋਂ ਪਤਾ ਲੱਗ ਗਿਆ ਕਿ ਡਰਾਈ ਏਅਰ ਜਿਹੜੀ ਆ ਉਹਦੀ ਹਿਊਮਿਡ ਏਅਰ ਆ ਜਿਹੜੀ, ਉਹਦੀ ਡੈਂਸਿਟੀ ਘੱਟ ਆ, ਇਸ ਕਰਕੇ ਉਹਦੇ 'ਚ ਸਪੀਡ ਵੱਧ ਆ। ਇਹਦਾ ਮਤਲਬ ਡਰਾਈ ਅਤੇ ਹਿਊਮਿਡ 'ਚੋਂ ਆਨਸਰ ਆ ਗਿਆ ਹਿਊਮਿਡ। ਫਿਰ ਟੈਂਪਰੇਚਰ, ਇੱਕ 0 ਡਿਗਰੀ, ਇੱਕ 30 ਡਿਗਰੀ ਹੈ। 0 ਅਤੇ 30 ਚੋਂ ਆਨਸਰ ਆ ਗਿਆ 30, ਕਿਉਂਕਿ ਟੈਂਪਰੇਚਰ 'ਤੇ ਸਿੱਧੀ ਪ੍ਰਪੋਰਸ਼ਨਲ ਆ। ਸੋ ਇਹਦਾ ਆਨਸਰ ਐਵੇਂ ਕੱਢਿਆ ਡੀ। ਤਾਂ ਇੱਕ ਸਵਾਲ ਕਰਾਉਣ ਵਾਸਤੇ ਕਿੰਨੀ ਡਿਟੇਲ 'ਚ ਜਾਣਾ ਪਿਆ ਸਾਨੂੰ, ਪੂਰੀ ਥੋਰੋਲੀ ਸਾਨੂੰ ਇੱਕ ਟੌਪਿਕ ਨੂੰ ਸਮਝਣਾ ਪਿਆ, ਅਤੇ ਫਿਰ ਜਾ ਕੇ ਸਾਡੇ ਕੋਲ ਉਸ ਸਵਾਲ ਦਾ ਹੱਲ ਨਿਕਲਿਆ। ਨੈਕਸਟ ਅੱਗੇ ਆ ਜਾਓ। ਕਹਿੰਦੇ ਜੀ ਬੈਟ ਜਿਹੜੇ ਹੁੰਦੇ, ਚਮਗਿੱਦੜ ਜਾਂ ਚਮਚੜਿੱਕ ਜਿਹੜੇ ਆ, ਉਹ ਡਾਰਕ 'ਚ, ਹਨੇਰੇ 'ਚ ਕਿਵੇਂ ਫਲਾਈ ਕਰ ਸਕਦੇ, ਉਹਨਾਂ ਦੀ ਤਾਂ ਅੱਖਾਂ ਨਹੀਂ ਹੁੰਦੀਆਂ। ਅਸਲ 'ਚ ਜਿਹੜਾ ਬੈਟ ਹੁੰਦਾ ਹੈ ਨਾ, ਠੀਕ ਆ, ਉਹਦੇ 'ਚੋਂ ਨਾ ਅਲਟਰਾਸੋਨਿਕ ਰੇਜ਼ ਨਿਕਲਦੀਆਂ।
ਉਹ ਕਿਤੇ ਵੀ ਵੱਜ ਕੇ ਵਾਪਸ ਆਉਂਦੀਆਂ ਉਹ ਉਹਨੂੰ ਦੱਸਦੀਆਂ। ਇਹ ਜਦੋਂ ਆਪਾਂ ਸਾਊਂਡ ਵਾਲਾ ਚੈਪਟਰ ਪੜ੍ਹਦੇ ਹਾਂ ਨਾ ਉਹਦੇ 'ਚ ਹੀ ਪੜ੍ਹਦੇ ਹਾਂ ਕਿ ਬੈਟਸ ਦੀ ਜਿਹੜੀ ਸਾਊਂਡ ਬੈਟਸ ਨੂੰ ਕਿਵੇਂ ਮਹਿਸੂਸ ਹੁੰਦਾ ਕੁਛ, ਤਾਂ ਉਹਦੇ ਨਾਲ ਜਦੋਂ ਵੱਜ ਕੇ ਵਾਪਸ ਆਉਂਦੀ ਆ ਇਕੋ ਕਰਕੇ, ਇਕੋ ਇੱਕ ਟੌਪਿਕ ਆ ਜਿਹੜਾ ਕਿ ਅਸੀਂ ਸਾਇੰਸ 'ਚ ਬਹੁਤ ਸਾਊਂਡ 'ਚ ਬਹੁਤ ਜ਼ਿਆਦਾ ਵਧੀਆ ਪੜ੍ਹਦੇ ਹਾਂ। ਸੋ ਅਲਟਰਾਸੋਨਿਕ ਵੇਵ ਵੱਜ ਕੇ ਵਾਪਸ ਆਉਂਦੀਆਂ ਉਹ ਉਹਨੂੰ ਦੱਸਦੀਆਂ ਕਿ ਅੱਗੇ ਇੱਕ ਫਲਾਣੀ ਚੀਜ਼ ਆ ਉਹ ਕਿੰਨੀ ਕੁ ਦੂਰ ਪਈ ਆ, ਉਹ ਕਿੰਨੇ ਚਿਰ 'ਚ ਵੱਜ ਕੇ ਅਲਟਰਾਸੋਨਿਕ ਵੇਵ ਵਾਪਸ ਆਈ ਆ, ਉੱਥੋਂ ਇਹ ਪਤਾ ਲੱਗ ਲੈਂਦਾ ਉਹਨੂੰ ਕਿ ਫਲਾਣੀ ਚੀਜ਼ ਉਸ ਤੋਂ ਕਿੰਨੀ ਕੁ ਦੂਰ ਪਈ ਹੋਈ ਆ। ਸੋ ਇਸ ਤਰੀਕੇ ਨਾਲ ਉਹਨੂੰ ਪਤਾ ਲੱਗਦਾ ਹੈ। ਉਮੀਦ ਕਰਦਾ ਕਿ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਨੈਕਸਟ ਉਸ ਤੋਂ ਬਾਅਦ ਆ ਗਿਆ ਰੇਡੀਓ ਕਾਰਬਨ ਡੇਟਿੰਗ। ਇਹ 10ਵੀਂ ਕਲਾਸ ਦੇ ਵਿੱਚ ਚੈਪਟਰ ਆ ਕਿ ਰੇਡੀਓ ਕਾਰਬਨ ਡੇਟਿੰਗ ਟੈਕਨੀਕ ਜਿਹੜੀ ਆ ਉਹ ਕਿਉਂ ਵਰਤੀ ਜਾਂਦੀ ਆ। ਹੁਣ ਦੇਖੋ, ਇੱਕ ਨਾ ਸਾਡੇ ਪਿੰਡ ਵੱਲ ਕੋਈ ਬਹੁਤ ਪੁਰਾਣਾ ਰੁੱਖ ਆ, ਠੀਕ ਆ। ਅਸਲ 'ਚ ਕੀ ਹੁੰਦਾ ਏ, ਇਹਦੇ ਜਿਹੜੇ ਪੁਰਾਣੇ ਫੋਸਿਲਸ ਪਏ ਹੁੰਦੇ ਆ ਨਾ, ਸਾਡੇ ਜਿਹੜੇ ਛਿੱਲੜਾਂ ਫੋਸਿਲਸ ਪੁਰਾਣੇ ਜਿੰਨੇ ਵੀ ਅਵਸ਼ੇਸ਼ ਪਏ ਆ, ਇਹਨਾਂ ਅਵਸ਼ੇਸ਼ਾਂ 'ਚੋਂ ਤੁਸੀਂ ਕਿਸੇ ਵੀ ਅਵਸ਼ੇਸ਼ ਦਾ ਕੋਈ ਹਿੱਸਾ ਚੱਕ ਲਓ, ਤੁਹਾਨੂੰ ਪਤਾ ਇਹ ਕਿਸੇ ਨਾ ਕਿਸੇ ਐਲੀਮੈਂਟ ਦੇ ਬਣੇ ਹੀ ਹੁੰਦੇ ਆ, ਧਾਤ ਦੇ ਬਣੇ ਹੁੰਦੇ ਆ। ਕਹਿੰਦਾ ਇਹਨਾਂ ਦੇ ਵਿੱਚ ਨਾ ਇੱਕ ਨਾ ਕਾਰਬਨ 14 ਨਾਮ ਦਾ ਇੱਕ ਐਲੀਮੈਂਟ ਹੁੰਦਾ ਹੈ, ਇਹ ਰੇਡੀਓ ਐਕਟਿਵ ਆ। ਤੁਸੀਂ ਕਹੋਗੇ ਇਹ ਰੇਡੀਓ ਐਕਟਿਵ ਕੀ ਹੁੰਦਾ ਹੈ? ਬੇਸਿਕਲੀ ਰੇਡੀਓ ਐਕਟਿਵ ਸਬਸਟਾਂਸ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਮੇਂ-ਸਮੇਂ 'ਤੇ ਆਪਣੇ ਆਪ ਨੂੰ ਖਤਮ ਕਰਦੀਆਂ ਰਹਿੰਦੀਆਂ। ਜਿਵੇਂ ਸਪੋਜ਼ ਕਰੋ ਜਿਹੜਾ ਕਾਰਬਨ 14 ਰੇਡੀਓ ਐਕਟਿਵ ਸਬਸਟਾਂਸ ਆ, ਇਹਦਾ 5760 ਕੁ ਸਾਲ ਇਹਦੀ ਹਾਫ ਲਾਈਫ ਹੁੰਦੀ ਹੈ। ਤੁਸੀਂ ਕਹੋਗੇ ਵਟ ਇਜ਼ ਹਾਫ ਲਾਈਫ? ਹਾਫ ਲਾਈਫ ਦਾ ਮਤਲਬ ਆ ਕਿ ਕਿੰਨੇ ਸਮੇਂ 'ਚ ਉਹ ਆਪਣੇ ਆਪ ਨੂੰ ਅੱਧਾ ਕਰ ਲੈਂਦਾ ਹੈ। ਹੁਣ ਜਦੋਂ ਵੀ ਕੋਈ ਨਵਾਂ ਜਦੋਂ ਕੋਈ ਫੋਸਿਲ ਬਿਲਕੁਲ ਫਰੈਸ਼ ਹੁੰਦਾ ਹੈ, ਮਤਲਬ ਕਿ ਸਾਇੰਸਟਿਸਟਾਂ ਨੂੰ ਪਤਾ ਹੈ ਕਿ ਇਹਦੇ 1 ਗ੍ਰਾਮ ਦੇ ਵਿੱਚ ਜਾਂ ਇਹਦੇ ਇੰਨੇ ਹਿੱਸੇ 'ਚ ਕਾਰਬਨ 14 ਜਿਹੜਾ ਹੈ ਉਹ 32 ਗ੍ਰਾਮ ਹੁੰਦਾ ਹੈ। ਸਾਇੰਟਿਸਟਾਂ ਨੂੰ ਉਹਦੇ ਨਾਲ ਦੇ ਨਵੇਂ ਫੋਸਿਲ ਤੋਂ ਜਿਹੜਾ ਬਿਲਕੁਲ ਅੱਜ ਨਵਾਂ ਉੱਗ ਰਿਹਾ ਉਹ ਤੋਂ ਪਤਾ ਲੱਗ ਗਿਆ ਕਿ ਜੇ ਇਹ ਬਿਲਕੁਲ ਫਰੈਸ਼ ਰੁੱਖ ਹੁੰਦਾ ਇਹਦੇ 'ਚ 32 ਗ੍ਰਾਮ ਹੁੰਦਾ, ਅਤੇ ਅੱਜ ਇਹ ਰਹਿ ਗਿਆ ਇਹਦੇ 'ਚ ਸਿਰਫ 2 ਗ੍ਰਾਮ। ਇਹਦਾ ਮਤਲਬ ਉਹ ਕਾਰਬਨ ਡੇਟਿੰਗ ਤੋਂ ਇਹ ਪਤਾ ਲਾ ਲੈਣਗੇ ਕਿ 32 ਤੋਂ 16 ਗ੍ਰਾਮ ਹੋਣ 'ਚ ਇਹਨੂੰ ਲੱਗੇ ਸੀ 57 ਤੋਂ 60 ਸਾਲ, 16 ਤੋਂ 8 ਗ੍ਰਾਮ 'ਚ ਫਿਰ 5760 ਸਾਲ, 8 ਗ੍ਰਾਮ ਤੋਂ ਇਹਨੂੰ 4 ਗ੍ਰਾਮ ਹੋਣ 'ਚ ਫਿਰ 57 ਤੋਂ 60 ਸਾਲ ਲੱਗੇ ਸੀ, ਅਤੇ 4 ਗ੍ਰਾਮ ਤੋਂ ਫਿਰ ਅੱਧਾ 2 ਗ੍ਰਾਮ ਹੋਣ 'ਚ ਇਹਨੂੰ ਫਿਰ 57 ਤੋਂ 5760 ਸਾਲ ਲੱਗੇ ਆ। 1 2 3 4 ਇਹਨਾਂ ਚਾਰਾਂ ਨੂੰ ਜੋੜ ਕੇ ਜਿੰਨੀ ਵੀ ਉਹਦੀ ਉਮਰ ਬਣਦੀ ਆ 23,000 ਜਾਂ 24,000 ਸਾਲ, ਉਨੀ ਉਹਦੀ ਉਮਰ ਕੱਢ ਲੈਂਦੇ ਆ। ਦਿਸ ਇਜ਼ ਕਾਲਡ ਕੰਸੈਪਟ ਆਫ ਹਾਫ ਲਾਈਫ। ਹਾਫ ਲਾਈਫ ਦਾ ਮਤਲਬ ਕਿਸੇ ਚੀਜ਼ ਨੂੰ ਅੱਧੇ ਹੋਣ 'ਚ ਟਾਈਮ। PCS ਨੇ 2018 ਦੇ ਪੇਪਰ 'ਚ, ਰਜਿਸਟਰ ਵਾਲੇ 'ਚ ਨਹੀਂ, ਨੋਰਮਲ PCS 'ਚ ਪੇਪਰ 'ਚ ਪੁੱਛ ਲਿਆ ਸੀਗਾ ਕਿ ਫਲਾਣੀ ਚੀਜ਼ ਦੀ ਹਾਫ ਲਾਈਫ 32 ਸਾਲ ਆ, ਠੀਕ ਆ, ਅਤੇ ਸ਼ੁਰੂ 'ਚੋਂ 64 ਗ੍ਰਾਮ ਆ, 100 ਗ੍ਰਾਮ ਆ। ਦੱਸੋ ਜਦੋਂ ਤੱਕ ਉਹ 12.5 ਗ੍ਰਾਮ ਰਹਿ ਜੂਗਾ ਕਿੰਨਾ ਸਮਾਂ ਲੱਗੂਗਾ ਉਹਨੂੰ? ਤਾਂ 32 ਸਾਲ 'ਚੋਂ 100 ਤੋਂ 50 ਗ੍ਰਾਮ, ਅਗਲੇ 32 ਸਾਲ 'ਚੋਂ 50 ਤੋਂ 25 ਗ੍ਰਾਮ, ਅਗਲੇ 32 ਸਾਲ 'ਚ ਉਹ 25 ਤੋਂ 12.5 ਗ੍ਰਾਮ। ਇਹਦਾ ਮਤਲਬ 32 + 32 + 32। ਇਹ PCS ਨੇ ਸਵਾਲ ਪੁੱਛਿਆ ਹੋਇਆ ਹੈ, ਅਤੇ PPSC ਇਹੋ ਜਿਹੇ ਸਵਾਲ ਪੁੱਛਦੀ ਹੈ ਜਿਹੜੇ ਕਈ ਵਾਰੀ ਤੁਹਾਨੂੰ ਜਿਹੜੇ ਕਹਿ ਨਹੀਂ ਦਿੰਦੇ ਚੱਕ ਦਿਆਂਗੇ, ਦੱਬ ਦਿਆਂਗੇ, ਕਰਾ ਦਾਂਗੇ, ਉਹਨਾਂ ਨੇ ਕੀ ਕਰਾਉਣੇ ਆ। ਸੋ ਇਹ ਕੰਸੈਪਚੁਅਲ ਸਵਾਲ ਨੇ ਜੋ PPSC ਦੇ ਪੇਪਰਾਂ 'ਚ ਆਉਂਦੇ ਆ। ਸੋ ਐਡੀ ਰੀਝ ਨਾਲ ਜੇ ਤੁਸੀਂ ਕਰਿਆ ਹੋਊਗਾ ਤਾਂ ਓਬਵੀਅਸ ਜੀ ਗੱਲ ਆ, ਫੇਰ ਹੀ ਆਪਾਂ ਦਾ ਮਸਲਾ ਹੱਲ ਹੋਊਗਾ। ਸੋ ਇਸ ਸਵਾਲ ਦਾ ਜਵਾਬ ਹੋ ਗਿਆ ਜੀ ਫੋਸਿਲਸ। ਆ ਜਾਓ ਅੱਗੇ। ਕਹਿੰਦੇ ਰੇਡੀਓ ਨਿਊਕਲੀਅਰ ਚੇਂਜ ਜਦੋਂ ਹੁੰਦਾ ਹੈ, ਮਤਲਬ ਬੇਰੀਅਮ ਅਤੇ ਕ੍ਰਿਪਟਨ ਵਰਗੇ ਜਦੋਂ ਦੋ ਸਬਸਟਾਂਸ ਆਪਸ 'ਚ ਰਿਐਕਟ ਕਰਦੇ ਆ, ਠੀਕ ਆ, ਜਾਂ ਯੂਰੇਨੀਅਮ ਟੁੱਟ ਕੇ ਬੇਰੀਅਮ ਅਤੇ ਕ੍ਰਿਪਟਨ ਬਣਾਉਂਦਾ, ਜਦੋਂ ਯੂਰੇਨੀਅਮ ਟੁੱਟ ਕੇ ਬੇਰੀਅਮ ਅਤੇ ਕ੍ਰਿਪਟਨ ਬਣਾਉਂਦਾ ਹੈ, ਤਾਂ ਇਹਦੇ ਨਾਲ ਕਿਹੜੇ ਸਬਸਟਾਂਸ ਜਿਹੜੇ ਨਿਕਲਦੇ ਆ? ਕਹਿੰਦੇ ਇਹਦੇ 'ਚੋਂ ਨਿਕਲਦੀਆਂ ਜਾਂ ਤਾਂ ਅਲਫਾ ਰੇਜ਼ ਨਿਕਲਦੀਆਂ, ਜਾਂ ਨਿਕਲਦੀਆਂ ਬੀਟਾ ਰੇਜ਼। ਇਹ 12ਵੀਂ ਕਲਾਸ ਦਾ ਚੈਪਟਰ ਆ ਨਿਊਕਲੀਅਰ ਸਾਇੰਸ, ਜਿਹੜਾ ਕਿ ਇਹ ਅਸੀਂ 9ਵੀਂ ਕਲਾਸ 'ਚ ਸਾਇੰਸ 'ਚ ਵੀ ਪੜ੍ਹਦੇ ਹਾਂ। ਇੱਕ ਨਿਕਲਦੀਆਂ ਗਾਮਾ ਰੇਜ਼, ਮਤਲਬ ਕਿਸੇ ਵੀ ਤਰੀਕੇ ਦੀ ਨਿਊਕਲੀਅਰ ਚੇਂਜ 'ਚੋਂ, ਕਿਸੇ ਵੀ ਤਰੀਕੇ ਦੀ ਜਿਹੜੀ ਨਿਊਕਲੀਅਰ ਰਿਐਕਸ਼ਨ ਹੁੰਦੀ ਹੈ ਨਾ, ਉਹਦੇ 'ਚ ਜਾਂ ਤਾਂ ਅਲਫਾ ਰੇਜ਼ ਨਿਕਲਦੀਆਂ, ਇੱਥੇ ਨਹੀਂ ਲਿਖੀਆਂ ਹੋਈਆਂ, ਜਾਂ ਬੀਟਾ ਰੇਜ਼ ਨਿਕਲਦੀਆਂ, ਇੱਥੇ ਨਹੀਂ ਲਿਖੀਆਂ ਹੋਈਆਂ, ਜਾਂ ਗਾਮਾ ਰੇਜ਼ ਨਿਕਲਦੀਆਂ, ਉਹ ਇੱਥੇ ਜ਼ਰੂਰ ਲਿਖੀਆਂ ਹੋਈਆਂ। ਸੋ ਇਸ ਸਵਾਲ ਦਾ ਸਹੀ ਆਨਸਰ ਹੋ ਗਿਆ ਗਾਮਾ ਰੇਜ਼। ਅਗਲਾ ਸਵਾਲ, ਅਗਰ, ਜਿਹੜਾ ਕਿ ਇੱਕ ਨਾ ਮਤਲਬ ਕਿ ਬੇਕਰੀ ਵਗੈਰਾ 'ਚ ਇੱਕ ਸਿੰਥੈਟਿਕ ਮਟੀਰੀਅਲ ਦੇ ਗਰੋਥ ਵਾਸਤੇ ਜਾਂ ਇੱਕ ਲਿਕੁਇਡ ਦੀ ਪਰਤ ਨੂੰ ਜੋੜਨ ਵਾਸਤੇ ਵਰਤਿਆ ਜਾਂਦਾ ਹੈ। ਇਹ ਕਿੱਥੋਂ ਨਿਕਲਦਾ? ਐਲਗੀ। ਜ਼ਿਆਦਾ ਡਿਟੇਲ 'ਚ ਜਾਣ ਦੀ ਲੋੜ ਨਹੀਂ, ਇਹਦੇ ਵਾਸਤੇ ਅਸੀਂ ਇੱਕ ਚੈਪਟਰ ਪੜ੍ਹਾਉਂਦੇ ਹੁੰਦੇ ਹਾਂ, ਬਾਇਓਟੈਕਨੋਲੋਜੀ। ਇਹ
2018 'ਚ ਤਾਂ ਇੰਨੇ ਮਸ਼ਹੂਰ ਸਵਾਲ ਨਹੀਂ ਸੀ, ਮੈਂ ਮੰਨਦਾ ਕਿ 2023 ਦਾ ਜਿਹੜਾ ਤੁਹਾਡਾ ਪੇਪਰ ਆਊਗਾ ਨਾ, ਉਹਦੇ 'ਚ 2 ਤੋਂ 3 ਸਵਾਲ ਬਾਇਓਟੈਕਨੋਲੋਜੀ ਦੇ ਇਸੇ ਫੰਡੇ ਦੇ ਆਉਣਗੇ। ਇਸ ਕਰਕੇ ਇਹਨੂੰ ਇੱਕ ਸਵਾਲ ਨੂੰ ਡਿਸਕਸ ਨਹੀਂ ਕਰਿਆ ਜਾ ਸਕਦਾ, ਇਹ ਤਾਂ ਪੂਰਾ ਟੌਪਿਕ ਹੀ ਆ। ਪਰ ਫਿਲਹਾਲ ਦੀ ਘੜੀ ਤੁਹਾਨੂੰ ਮੈਂ ਦੱਸ ਹੀ ਦਿੱਤਾ। ਨੈਕਸਟ ਉਸ ਤੋਂ ਬਾਅਦ ਆ ਗਿਆ, ਕਹਿੰਦੇ ਜੀ ਇੱਕ ਬੰਦਾ AB ਗਰੁੱਪ ਵਾਲਾ ਹੈ। ਇਹ ਤਾਂ ਬਹੁਤ ਸੌਖਾ ਸਵਾਲ ਪਾਤਾ, ਨਾ ਉਹਨਾਂ ਨੇ RH ਪੁੱਛਿਆ, ਨਾ AB ਪੋਜ਼ੀਟਿਵ, ਨਾ ਨੈਗੇਟਿਵ। ਆਪਾਂ ਨੂੰ ਤਾਂ ਇਸ ਤੋਂ ਵੱਧ ਪੜ੍ਹਨਾ ਪੈਂਦਾ ਜਦੋਂ ਆਪਾਂ ਆਪਣਾ ਸਰਕੂਲੇਟਰੀ ਸਿਸਟਮ ਨਹੀਂ ਪੜ੍ਹਦੇ, ਉਹਦੇ 'ਚ ਤਾਂ ਕਿਤੇ ਇਸ ਤੋਂ ਵੱਧ ਚੀਜ਼ ਪੜ੍ਹਨੀ ਪੈਂਦੀ ਆਪਾਂ ਨੂੰ। ਤਾਂ ਕਹਿੰਦੇ ਜੀ AB ਜਿਹੜਾ ਹੁੰਦਾ ਹੈ ਉਹ ਯੂਨੀਵਰਸਲ ਅਸੈਪਟਰ ਹੁੰਦਾ ਹੈ, ਠੀਕ ਆ। ਉਹ ਯੂਨੀਵਰਸਲ ਅਸੈਪਟਰ ਕਿਉਂ ਹੁੰਦਾ ਹੈ, ਉਹਦੇ 'ਚ ਕਿਹੜੇ ਐਂਟੀਜਨਸ ਹੁੰਦੇ ਆ, ਕਿਹੜੇ ਉਹਦੇ 'ਚ ਐਂਟੀਬੋਡੀਜ਼ ਹੁੰਦੇ ਆ। ਹਾਂਜੀ ਆਹ ਦੇਖ ਸਕਦੇ ਆਪਾਂ, ਠੀਕ ਹੈ ਜੀ, ਕਿ ਜਿਹੜਾ ਆਪਣਾ ਬਲੱਡ ਗਰੁੱਪ AB ਆ, ਇੱਥੇ ਲਿਖਾਂਗੇ ਐਂਟੀਜਨਸ, ਇਹ ਐਂਟੀਬੋਡੀਜ਼ ਨੇ। ਇਹ ਕਿਹਨੂੰ ਬਲੱਡ ਦੇ ਸਕਦਾ ਹੈ ਅਤੇ ਕਿੱਥੋਂ ਲੈ ਸਕਦਾ ਹੈ। ਦੇਖੋ AB ਹੈ ਜਿਹੜਾ, ਉਹਦੇ 'ਚ ਅਸਲ 'ਚ ਕੋਈ ਐਂਟੀਬੋਡੀ ਨਹੀਂ ਹੁੰਦਾ। ਇਹ ਮੈਂ ਸਾਇੰਸ ਪੜ੍ਹਾਉਂਦੇ ਹੋਏ ਪੜ੍ਹਾਉਂਦਾ ਹੁੰਦਾ ਕਿ ਐਂਟੀਬੋਡੀ ਜਿਹਦੇ 'ਚ ਹੁੰਦੇ ਆ ਨਾ, ਉਹ ਦਿੱਕਤ ਕਰਦੇ ਆ ਬਲੱਡ ਲੈਣ ਤੋਂ। ਇਹਦੇ 'ਚ ਕੋਈ ਵੀ ਐਂਟੀਬੋਡੀ ਨਹੀਂ ਜਿਹਨੇ ਅੱਗੇ ਉਹ ਹਿੰਡਰੈਂਸ ਪੈਦਾ ਕਰਨੀ ਆ। ਇਸ ਕਰਕੇ ਇਹ AB ਤੋਂ ਵੀ ਬਲੱਡ ਲੈ ਸਕਦਾ ਹੈ, A ਤੋਂ ਵੀ, B ਤੋਂ ਵੀ, ਅਤੇ O ਤੋਂ ਵੀ। ਉਹ ਤਾਂ ਯੂਨੀਵਰਸਲ ਡੋਨਰ ਹੈ ਹੀ ਹੈ, ਸਾਰਿਆਂ ਨੂੰ ਦੇ ਹੀ ਸਕਦਾ ਹੈ। ਜਿਹੜਾ ਬਲੱਡ ਗਰੁੱਪ A ਆ, ਇਹਦੇ 'ਚ ਐਂਟੀਜਨ A ਹੁੰਦਾ ਹੈ ਅਤੇ ਐਂਟੀਬੋਡੀ ਇਹਦੇ 'ਚ B ਹੁੰਦੀ ਹੈ, ਠੀਕ ਆ। ਸੋ ਇਸ ਕਰਕੇ ਇਹ ਬਲੱਡ ਸਿਰਫ A ਤੋਂ ਲੈ ਸਕਦਾ ਹੈ ਅਤੇ O ਤੋਂ, B ਤੋਂ ਨਹੀਂ ਲੈ ਸਕਦਾ। ਨਹੀਂ ਤਾਂ B ਦਾ ਐਂਟੀਜਨ ਇਹਨੂੰ ਟਰੈਪ ਕਰ ਲੂਗਾ, ਇਹਦੀ ਐਂਟੀਬੋਡੀ ਜਿਹੜੀ ਉਹਨੂੰ ਅੱਗੇ ਨਹੀਂ ਆਉਣ ਦਊਗੀ। ਇਹ ਸਾਰੀਆਂ ਸਮਝਣ ਦੀਆਂ ਗੱਲਾਂ ਨੇ, ਪਰ ਇਹ ਦੇ ਕਿਹਨੂੰ ਸਕਦਾ ਹੈ, ਇੱਕ A ਨੂੰ ਅਤੇ ਇੱਕ AB ਨੂੰ। ਸੇਮ ਐਵੇਂ B ਆ। ਹੁਣ B 'ਚ ਜੇ ਐਂਟੀਬੋਡੀ A ਹੈਗੀ ਆ, ਠੀਕ ਆ, ਤਾਂ B ਦੇ ਵਿੱਚ ਜੇ A ਐਂਟੀਬੋਡੀ ਆ, ਤਾਂ ਇਹ A ਗਰੁੱਪ ਵਾਲੇ ਤੋਂ ਤਾਂ ਬਲੱਡ ਲੈ ਹੀ ਨਹੀਂ ਸਕਦਾ, ਨਾ A ਵਾਲੇ ਤੋਂ ਲੈ ਸਕਦਾ, ਨਾ ਜਿਹਦੇ 'ਚ A ਆ ਗਿਆ ਉਹਦੇ ਤੋਂ ਲੈ ਸਕਦਾ ਹੈ। ਇਹਦਾ ਮਤਲਬ B ਵਾਲਾ ਕਿਹਦੇ ਤੋਂ ਲੈ ਸਕਦਾ ਹੈ, B ਤੋਂ ਅਤੇ O ਤੋਂ। ਪਰ ਦੇ ਕਿਹਨੂੰ ਸਕਦਾ B ਵਾਲਾ, A ਨੂੰ। ਅਤੇ ਆ ਦੇਖੋ ਦੇਣਾ, ਇਹ ਦੇ ਸਕਦਾ ਹੈ, ਇਹ ਲੈਣਾ, ਇਹ ਕਿੱਥੋਂ ਲੈ ਸਕਦਾ ਹੈ, ਠੀਕ ਆ। ਅਤੇ ਆਹ ਐਂਟੀਬੋਡੀਜ਼, ਆਹ ਐਂਟੀਜਨਸ, ਠੀਕ ਆ। ਉਹ ਜਿਹੜਾ ਹੈ ਉਹਦੇ ਵਿੱਚ A ਅਤੇ B ਦੋਵੇਂ ਹੀ ਐਂਟੀਬੋਡੀਜ਼ ਹੁੰਦੀਆਂ। ਇਸ ਕਰਕੇ ਜਿੱਥੇ ਵੀ A ਅਤੇ B ਆ ਗਿਆ, ਇੱਕ A 'ਚ ਆਉਂਦਾ, ਇੱਕ B 'ਚ ਆਉਂਦਾ, ਅਤੇ ਇੱਕ AB 'ਚ ਦੋਵੇਂ ਹੀ ਆ ਜਾਂਦੇ ਆ। ਇਸ ਕਰਕੇ ਇਹ ਤਿੰਨਾਂ ਤੋਂ ਹੀ ਨਹੀਂ ਲੈ ਸਕਦਾ, ਇਹ ਸਿਰਫ ਵਿਚਾਰਾ O ਤੋਂ ਬਲੱਡ ਲੈ ਸਕਦਾ ਹੈ, ਠੀਕ ਆ। ਪਰ ਦੇ ਕਿਹਨੂੰ ਸਕਦਾ ਹੈ, A ਨੂੰ ਵੀ, B ਨੂੰ ਵੀ, O ਨੂੰ ਵੀ, ਅਤੇ AB ਨੂੰ ਵੀ। ਸੋ ਇਹ ਕਨਸੈਪਟ ਉਮੀਦ ਕਰਦਾ ਕਿ ਤੁਹਾਨੂੰ ਸਮਝ ਥੋੜ੍ਹਾ ਜਿਹਾ ਆ ਗਿਆ ਹੋਊਗਾ। ਬਾਕੀ ਤਾਂ ਜਦੋਂ ਆਪਾਂ ਬਲੱਡ ਸਿਸਟਮ ਪੜ੍ਹਦੇ ਹਾਂ, ਉਹਦੇ 'ਚ ਹੀ ਜਾ ਕੇ ਡਿਟੇਲ 'ਚ ਤੁਸੀਂ ਆਪ ਵੀ ਬਹੁਤ ਪੜ੍ਹੀ ਹੋਊਗੀ ਇਹਦੀ ਚੀਜ਼ ਤਾਂ।